ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰਿੰਦਰ ਸਿੰਘ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਵਿੱਚ। ਵੀਡੀਓ ਦੇਖਣ ਤੋਂ ਪਹਿਲਾਂ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਮੇਰੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਕਹਾਣੀ ਲੈ ਕੇ ਆਇਆ ਹਾਂ ਜਿਸ ਦਾ ਨਾਂ ਹੈ ਫੌਜ ਅਤੇ ਫਕੀਰ। ਆਓ ਸ਼ੁਰੂ ਕਰਦੇ ਹਾਂ ਇਹ ਕਹਾਣੀ। ਕਈ 200 ਸਾਲ ਪਹਿਲਾਂ ਜਾਪਾਨ ਵਿੱਚ ਦੋ ਰਾਜਾਂ ਵਿਚਕਾਰ ਯੁੱਧ ਛਿੜ ਪਿਆ ਸੀ। ਜੋ ਰਾਜ ਛੋਟਾ ਸੀ ਉਹ ਭੈਭੀਤ ਸੀ, ਉਸ ਦਾ ਹਾਰ ਜਾਣਾ ਯਕੀਨੀ ਸੀ। ਉਸ ਕੋਲ ਸੈਨਿਕ ਘੱਟ ਸਨ, ਥੋੜ੍ਹੇ ਨਹੀਂ ਬਹੁਤ ਘੱਟ ਸਨ। ਜੇ ਦੁਸ਼ਮਣ ਕੋਲ 10 ਸੈਨਿਕ ਸਨ ਤਾਂ ਉਸ ਕੋਲ 1 ਸੈਨਿਕ ਸੀ। ਉਸ ਰਾਜ ਦੇ ਸੈਨਾਪਤੀਆਂ ਨੇ ਯੁੱਧ ਵਿੱਚ ਜਾਣੋਂ ਨਾ ਕਰ ਦਿੱਤੀ। ਉਹਨਾਂ ਨੇ ਕਿਹਾ, ਇਹ ਤਾਂ ਮੂਰਖਤਾ ਹੋਵੇਗੀ ਕਿ ਅਸੀਂ ਆਪਣੇ ਆਦਮੀਆਂ ਨੂੰ ਵਿਅਰਥ ਹੀ ਕਟਵਾਉਣ ਲੈ ਜਾਈਏ। ਹਾਰ ਤਾਂ ਯਕੀਨੀ ਹੈ ਅਤੇ ਅਸੀਂ ਆਪਣਾ ਮੂੰਹ ਹਾਰ ਦੀ ਕਾਲਖ ਨਾਲ ਪੋਚਣ ਲਈ ਤਿਆਰ ਨਹੀਂ। ਅਸੀਂ ਆਪਣੇ ਸੈਨਿਕ ਵੀ ਵਿਅਰਥ ਨਹੀਂ ਮਰਵਾਉਣਾ ਚਾਹੁੰਦੇ। ਮਾਰਨ ਦੀ ਥਾਂ ਹਾਰ ਜਾਣਾ ਹੀ ਠੀਕ ਹੈ। ਮਰ ਕੇ ਵੀ ਹਾਰਨਾ ਹੈ। ਜਿੱਤ ਦੀ ਤਾਂ ਕੋਈ ਸੰਭਾਵਨਾ ਮੰਨੀ ਨਹੀਂ ਜਾ ਸਕਦੀ। ਸਮਰਾਟ ਵੀ ਕੁਝ ਨਹੀਂ ਕਹਿ ਸਕਦਾ ਸੀ। ਗੱਲ ਸੱਚ ਸੀ, ਆਂਕੜੇ ਸਹੀ ਸਨ। ਫਿਰ ਉਸਨੇ ਰਾਜ ਵਿੱਚ ਵੱਸਦੇ ਫਕੀਰ ਕੋਲ ਜਾ ਕੇ ਬੇਨਤੀ ਕੀਤੀ ਕਿ ਕੀ ਤੁਸੀਂ ਮੇਰੇ ਫੌਜ ਦੇ ਸੈਨਾਪਤੀ ਬਣ ਕੇ ਯੁੱਧ ਵਿੱਚ ਜਾ ਸਕਦੇ ਹੋ। ਇਹ ਗੱਲ ਸਮਰਾਟ ਦੇ ਸੈਨਾਪਤੀਆਂ ਨੂੰ ਸਮਝ ਨਹੀਂ ਆਈ। ਸੈਨਾਪਤੀ ਜਦੋਂ ਇਨਕਾਰ ਕਰਦੇ ਹੋਣ ਤਾਂ ਇੱਕ ਫਕੀਰ ਜਿਹਨੇ ਕਦੇ ਯੁੱਧ ਨਹੀਂ ਲੜਿਆ, ਉਸਨੇ ਯੁੱਧ ਦੀ ਕਦੇ ਗੱਲ ਨਹੀਂ ਕੀਤੀ। ਇਹ ਬਿਲਕੁਲ ਉਲਟ ਆਦਮੀ ਨੂੰ ਅੱਗੇ ਕਰਨ ਦਾ ਕੀ ਮਕਸਦ ਹੈ। ਸਮਰਾਟ ਵੀ ਯਕੀਨਨ ਸਮਝਦਾਰ ਹੋਵੇਗਾ ਜਿਸ ਨੇ ਫਕੀਰ ਕੋਲ ਜਾ ਕੇ ਬੇਨਤੀ ਕੀਤੀ। ਉਹ ਫਕੀਰ ਮੰਨ ਗਿਆ। ਸਮਰਾਟ ਵੀ ਇੱਕ ਪਲ ਤਾਂ ਡਰਿਆ, ਪਰ ਫਿਰ ਵੀ ਠੀਕ ਸੀ। ਜੇ ਹਾਰਨਾ ਹੀ ਸੀ ਤਾਂ ਮਰ ਕੇ ਹਾਰਨਾ ਹੀ ਠੀਕ ਸੀ। ਫਕੀਰ ਦੇ ਨਾਲ ਜਾਣ ਵਿੱਚ ਸੈਨਿਕਾਂ ਨੂੰ ਬੜੀ ਘਬਰਾਹਟ ਹੋਈ। ਇਹ ਆਦਮੀ ਕੁਝ ਜਾਣਦਾ ਨਹੀਂ, ਪਰ ਫਕੀਰ ਇੰਨੇ ਜੋਸ਼ ਨਾਲ ਭਰਿਆ ਹੋਇਆ ਸੀ, ਸੈਨਿਕਾਂ ਨੂੰ ਜਾਣਾ ਪਿਆ। ਸੈਨਾਪਤੀ ਵੀ ਸੈਨਿਕਾਂ ਦੇ ਪਿੱਛੇ ਹੋ ਕੇ ਵੇਖਦੇ ਰਹੇ ਕਿ ਕੀ ਹੁੰਦਾ ਏ। ਜਿੱਥੇ ਦੁਸ਼ਮਣ ਨੇ ਡੇਰੇ ਲਾਏ ਹੋਏ ਸਨ, ਉਸ ਤੋਂ ਥੋੜ੍ਹੀ ਹੀ ਦੂਰ ਉਸ ਫਕੀਰ ਨੇ ਇੱਕ ਛੋਟੇ ਜਿਹੇ ਮੰਦਰ ਵਿੱਚ ਸਾਰੇ ਸੈਨਿਕਾਂ ਨੂੰ ਰੋਕਿਆ ਅਤੇ ਕਿਹਾ, ਇਸ ਤੋਂ ਪਹਿਲਾਂ ਅਸੀਂ ਚੱਲੀਏ, ਘੱਟੋ ਘੱਟ ਭਗਵਾਨ ਨੂੰ ਕਹਿ ਦਈਏ ਕਿ ਅਸੀਂ ਲੜਨ ਚੱਲੇ ਹਾਂ ਅਤੇ ਉਸ ਤੋਂ ਪੁੱਛ ਲਈਏ ਕਿ ਤੁਹਾਡੀ ਮਰਜ਼ੀ ਕੀ ਹੈ। ਜੇਕਰ ਹਾਰਨਾ ਹੀ ਹੈ ਤਾਂ ਅਸੀਂ ਵਾਪਸ ਚਲੇ ਜਾਈਏ, ਜੇ ਜਿਤਾਉਣਾ ਹੈ ਤਾਂ ਠੀਕ ਹੈ। ਸੈਨਿਕ ਬੜੀ ਉਮੀਦ ਨਾਲ ਮੰਦਰ ਦੇ ਬਾਹਰ ਖੜ੍ਹੇ ਹੋ ਗਏ। ਉਸ ਫਕੀਰ ਨੇ ਅੱਖਾਂ ਬੰਦ ਕਰਕੇ ਅਤੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ। ਫਿਰ ਜੇਬ ਵਿੱਚੋਂ ਇੱਕ ਸਿੱਕਾ ਕੱਢਿਆ ਅਤੇ ਭਗਵਾਨ ਨੂੰ ਕਿਹਾ, ਮੈਂ ਇਸ ਰੁਪਈਏ ਨੂੰ ਸੁੱਟਦਾ ਹਾਂ। ਜੇਕਰ ਇਹ ਸਿੱਧਾ ਡਿੱਗਿਆ ਤਾਂ ਅਸੀਂ ਸਮਝ ਲਵਾਂਗੇ ਕਿ ਜਿੱਤ ਸਾਡੀ ਹੋਣੀ ਹੈ। ਜੇ ਅਸੀਂ ਅੱਗੇ ਵਧਾਂਗੇ, ਜੇਕਰ ਇਹ ਉਲਟਾ ਡਿੱਗਿਆ ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਹਾਰ ਗਏ। ਫਿਰ ਵਾਪਸ ਮੁੜ ਜਾਵਾਂਗੇ ਅਤੇ ਰਾਜੇ ਨੂੰ ਕਹਿ ਦੇਵਾਂਗੇ ਕਿ ਵਿਅਰਥ ਮਰਨ ਦਾ ਪ੍ਰਬੰਧ ਨਾ ਕਰੋ। ਹਾਰ ਨਿਸ਼ਚਿਤ ਹੈ। ਭਗਵਾਨ ਦੀ ਵੀ ਇਹੋ ਮਰਜ਼ੀ ਹੈ। ਉਸਨੇ ਸਿੱਕਾ ਸੁੱਟਿਆ। ਸੈਨਿਕਾਂ ਨੇ ਧਿਆਨ ਨਾਲ ਵੇਖਿਆ। ਚਮਕਦੀ ਧੁੱਪ ਵਿੱਚ ਸਿੱਕਾ ਚਮਕਿਆ ਅਤੇ ਥੱਲੇ ਡਿੱਗਿਆ। ਉਹ ਸਿੱਧਾ ਡਿੱਗਿਆ ਸੀ। ਉਸਨੇ ਸੈਨਿਕਾਂ ਨੂੰ ਕਿਹਾ, ਹੁਣ ਫਿਕਰ ਛੱਡ ਦਿਓ। ਹੁਣ ਇਸ ਜ਼ਮੀਨ 'ਤੇ ਤੁਹਾਨੂੰ ਕੋਈ ਨਹੀਂ ਹਰਾ ਸਕਦਾ। ਸਿੱਕਾ ਸਿੱਧਾ ਡਿੱਗਿਆ ਏ, ਭਗਵਾਨ ਨਾਲ ਹੈ, ਆਪਣੀ ਜਿੱਤ ਹੋਵੇਗੀ। ਉਹ ਸੈਨਿਕ ਜਾ ਕੇ ਜੂਝ ਗਏ। 2 ਦਿਨਾਂ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ। ਉਹ ਜਿੱਤੇ ਹੋਏ ਵਾਪਸ ਆਏ। ਉਸ ਮੰਦਰ ਦੇ ਕੋਲ ਆ ਕੇ ਫਕੀਰ ਨੇ ਕਿਹਾ, ਹੁਣ ਮੁੜ ਕੇ ਆਪਾਂ ਧੰਨਵਾਦ ਤਾਂ ਕਰ ਦਈਏ। ਸਾਰੇ ਸੈਨਿਕ ਰੁਕੇ। ਉਹਨਾਂ ਸਭਨਾਂ ਨੇ ਹੱਥ ਜੋੜ ਕੇ ਭਗਵਾਨ ਅੱਗੇ ਪ੍ਰਾਰਥਨਾ ਕੀਤੀ ਕਿ ਤੇਰਾ ਬਹੁਤ ਧੰਨਵਾਦ। ਜੇਕਰ ਤੂੰ ਇਸ਼ਾਰਾ ਨਾ ਕਰਦਾ, ਸਾਨੂੰ ਜਿੱਤ ਪ੍ਰਾਪਤ ਨਾ ਹੁੰਦੀ ਤੇ ਅਸੀਂ ਹਾਰ ਹੀ ਚੁੱਕੇ ਸੀ। ਤੇਰੀ ਕਿਰਪਾ ਅਤੇ ਇਸ਼ਾਰੇ ਨਾਲ ਅਸੀਂ ਜਿੱਤੇ ਹਾਂ। ਫਿਰ ਉਸ ਫਕੀਰ ਨੇ ਕਿਹਾ, ਇਸ ਤੋਂ ਪਹਿਲਾਂ ਕਿ ਭਗਵਾਨ ਨੂੰ ਧੰਨਵਾਦ ਦੇਵੋ, ਮੇਰੀ ਜੇਬ ਵਿੱਚ ਜੋ ਸਿੱਕਾ ਪਿਆ ਹੈ ਉਸ ਨੂੰ ਗੌਰ ਨਾਲ ਵੇਖ ਲਵੋ।
ਉਸਨੇ ਸਿੱਕਾ ਕੱਢ ਕੇ ਵਿਖਾਇਆ। ਉਹ ਦੋਵੇਂ ਪਾਸਿਓਂ ਸਿੱਧਾ ਸੀ, ਉਹ ਉਲਟਾ ਡਿੱਗ ਹੀ ਨਹੀਂ ਸੀ ਸਕਦਾ। ਫਕੀਰ ਨੇ ਕਿਹਾ, ਭਗਵਾਨ ਦਾ ਧੰਨਵਾਦ ਨਾ ਕਰੋ, ਤੁਸੀਂ ਜਿੱਤ ਦੀ ਉਮੀਦ ਨਾਲ ਭਰ ਗਏ, ਇਸ ਲਈ ਜਿੱਤ ਗਏ। ਤੁਸੀਂ ਹਾਰ ਵੀ ਸਕਦੇ ਸੀ, ਕਿਉਂਕਿ ਤੁਸੀਂ ਨਿਰਾਸ਼ ਸੀ ਅਤੇ ਹਾਰਨ ਦੀ ਕਾਮਨਾ ਨਾਲ ਭਰੇ ਹੋਏ ਸੀ। ਤੁਸੀਂ ਸੋਚ ਲਿਆ ਸੀ ਕਿ ਹਾਰਨਾ ਹੀ ਹੈ। ਜੀਵਨ ਵਿੱਚ ਸਭ ਕੰਮਾਂ ਦੀਆਂ ਸਫਲਤਾਵਾਂ ਇੱਕ ਗੱਲ 'ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਜਿੱਤ ਦੀ ਉਮੀਦ ਨਾਲ ਭਰੇ ਹੋਏ। ਲੋਕ ਬੜੀ ਸਮਰੱਥਾ ਨਾਲ ਇੰਨਾ ਕਰ ਲੈਂਦੇ ਹਨ ਜਿੰਨਾ ਕਿ ਬਹੁਤੀ ਸਮਰੱਥਾ ਹੁੰਦੇ ਹੋਏ ਵੀ ਨਿਰਾਸ਼ਾ ਨਾਲ ਭਰੇ ਹੋਏ ਲੋਕ ਨਹੀਂ ਕਰ ਸਕਦੇ। ਸਮਰੱਥਾ ਅਸਲੀ ਸੰਪત્ਤੀ ਨਹੀਂ, ਅਸਲੀ ਸੰਪत्ति ਤਾਂ ਉਮੀਦ ਹੈ ਤੇ ਇਹ ਖਿਆਲ ਹੈ ਕਿ ਕੋਈ ਕੰਮ ਹੈ ਜੋ ਹੋਣਾ ਚਾਹੁੰਦਾ ਹੈ, ਜੋ ਹੋਵੇਗਾ, ਤੇ ਉਸ ਨੂੰ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸਾਂਝਾ ਕਰਨਾ ਤੇ ਅਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਅਗਲੀ ਵੀਡੀਓ ਲੈ ਕੇ ਜਲਦ ਹੀ ਤੁਹਾਡੇ ਰੂਬਰੂ ਹੋਵਾਂਗੇ। ਸਤਿ ਸ਼੍ਰੀ ਅਕਾਲ।